ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੀਐਸਟੈਟ 1 ਅਤੇ ਪੀਐਸਟੈਟ ਪੇਪਰ 2 ਦੇ ਵਾਸਤੇ ਆਪਾਂ ਅੱਜ ਬਹੁਤ ਹੀ ਟੌਪਿਕ ਜਿਹੜਾ ਇੰਪੋਰਟੈਂਟ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ। ਉਹਦੇ MCQs ਡਿਸਕਸ ਕਰਾਂਗੇ ਜੀ। ਪਹਿਲਾ ਕੁਐਸਚਨ ਦੇਖੋ, ਸਾਹਿਤ ਕੀ ਹੈ। ਅੱਜ ਆਪਾਂ ਥੋੜ੍ਹੀ ਜਲਦੀ ਕਰਾਂਗੇ, ਟਾਈਮ ਦੀ ਵੇਸਟੇਜ ਹੋ ਜਾਂਦੀ ਹੈ ਕਈ ਵਾਰੀ। ਸਾਹਿਤ ਕੀ ਹੈ? ਇਸ ਵਿੱਚ ਜੀਵਨ ਦਾ ਵੇਰਵਾ ਪੇਸ਼ ਕੀਤਾ ਜਾਂਦਾ ਹੈ। ਇਹ ਜੀਵਨ ਦਾ ਇੱਕ ਦਰਪਣ ਹੈ। ਇਸ ਵਿੱਚ ਜੀਵਨ ਦਾ ਰਸਦਾਇਕ ਢੰਗ ਨਾਲ ਵੇਰਵਾ ਹੁੰਦਾ ਹੈ। ਰਸਦਾਇਕ ਮਤਲਬ ਕੁਛ ਲਿਖਣ ਦਾ ਢੰਗ ਹੁੰਦਾ, ਜਿਵੇਂ ਛੰਦਾਂ ਦੇ ਨਾਲ ਜਾਂ ਕੁਛ ਅਲੰਕਾਰਾਂ ਦੇ ਨਾਲ ਕੁਛ ਸ਼ਬਦਾਵਲੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਤਾਂ ਕਿ ਪੜ੍ਹਨ ਵਾਲੇ ਨੂੰ ਇੱਕ ਆਨੰਦ ਆਵੇ। ਤੀਸਰਾ ਹੈ, ਇਹ ਮਨੁੱਖ ਦੇ ਵਰਤਮਾਨ, ਅਤੀਤ ਅਤੇ ਭਵਿੱਖ ਦੀ ਨਿਚੋੜ ਦੇ ਰੂਪ ਵਿੱਚ ਪੇਸ਼ ਕੀਤੀ ਗਈ ਰਚਨਾ ਹੈ। ਸਾਰੇ ਸਹੀ ਹਨ। ਤਾਂ ਬਿਲਕੁਲ ਜੀ, ਸਾਹਿਤ ਦੀਆਂ ਇਹ ਸਾਰੀਆਂ ਹੀ ਵਿਸ਼ੇਸ਼ਤਾਵਾਂ ਹਨ। ਉੱਤਰ ਆਏਗਾ ਆਪਣੇ ਕੋਲ 4th ਆਪਸ਼ਨ। ਸਾਰੇ ਸਹੀ ਹਨ ਜੀ। ਤਾਂ ਇਹ ਜਿਹੜੇ MCQs ਹਨ ਇਹਦੇ ਵਿੱਚ ਹੀ ਤੁਹਾਨੂੰ ਜਿਹੜੀ ਥਿਊਰੀ ਹੈ ਉਹ ਵੀ ਕਵਰ ਹੋ ਜਾਏਗੀ। ਤਾਂ ਮੈਂ ਇਸ ਢੰਗ ਨਾਲ ਕੁਐਸਚਨ ਤਿਆਰ ਕੀਤੇ ਹੈ ਕਿ ਤੁਹਾਨੂੰ ਕੁਐਸਚਨ ਦੇ ਨਾਲ ਨਾਲ ਥਿਊਰੀ ਦੀ ਵੀ ਜਿਹੜੀ ਹੈ ਉਹ ਜਾਣਕਾਰੀ ਹਾਸਲ ਹੋ ਜਾਏ। ਕੁਐਸਚਨ ਦੇਖੋ ਦੂਸਰਾ, ਸਾਹਿਤ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਸਾਹਿਤ ਨੂੰ ਲਿਖਣ ਦੇ ਲਈ ਕੀ ਹੈ ਜੀ, ਕੁਛ ਉਹਦੇ ਵਿੱਚ ਖਾਸ ਗੁਣ ਹੋਣੇ ਚਾਹੀਦੇ ਹਨ ਤਾਂ ਕਿ ਉਹਦਾ ਪੜ੍ਹਨ ਵਾਲੇ ਦੇ ਉੱਪਰ ਕੁਝ ਚੰਗਾ ਪ੍ਰਭਾਵ ਪਵੇ। ਸਤਿਅਮ, ਸ਼ਿਵਮ ਅਤੇ ਸੁੰਦਰਮ, ਠੀਕ ਹੈ, ਇਹ ਸਾਰੇ ਗੁਣ ਹੋਣੇ ਚਾਹੀਦੇ ਆ। ਆਨਸਰ ਇਸ ਦਾ 4th ਆਏਗਾ ਜੀ। ਸਾਹਿਤ ਸਤਿਅਮ ਦਾ ਮਤਲਬ ਹੈ ਕਿ ਸਾਹਿਤ ਸੱਚਾ ਹੋਵੇ। ਉਹਦੇ ਵਿੱਚ ਜੋ ਵੀ ਕੁਛ ਰਚਨਾ ਲਿਖੀ ਜਾ ਰਹੀ ਹੈ, ਪੇਸ਼ ਕੀਤੀ ਜਾ ਰਹੀ ਹੈ, ਉਹ ਸੱਚੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕੋਈ ਮਨਘੜਤ ਗੱਲ ਨਾ ਹੋਵੇ। ਸੁੰਦਰ ਲਿਖਤ ਹੋਵੇ, ਠੀਕ ਹੈ, ਭਾਵਾਂ ਨੂੰ ਬਹੁਤ ਸੁੰਦਰ ਤਰੀਕੇ ਨਾਲ ਜਿਹੜਾ ਹੈ ਪੇਸ਼ ਕੀਤਾ ਗਿਆ ਹੋਵੇ। ਸ਼ਬਦਾਂ ਦਾ ਸੁੰਦਰ ਉਹਦੇ ਵਿੱਚ ਪ੍ਰਯੋਗ ਕੀਤਾ ਗਿਆ ਹੋਵੇ ਅਤੇ ਕਲਿਆਣਕਾਰੀ ਹੋਵੇ। ਮਤਲਬ ਕਿਸੇ ਤਰ੍ਹਾਂ ਦੀ ਵੀ ਜੋ ਰਚਨਾ ਹੈ ਸਾਹਿਤ ਦੀ, ਉਹ ਪੜ੍ਹਨ ਵਾਲੇ ਦੇ ਉੱਪਰ ਚੰਗਾ ਪ੍ਰਭਾਵ ਪਾਵੇ। ਉਹਦੇ ਜੀਵਨ ਦੇ ਵਿੱਚ ਉਸ ਨੂੰ ਇੱਕ ਚੰਗੀ ਸੇਧ ਮਿਲੇ। ਆਪਣੇ ਜੀਵਨ ਦੇ ਵਿੱਚ ਉਸ ਦਾ ਪੜ੍ਹਨ ਦਾ ਕੋਈ ਨਾ ਕੋਈ ਉਹਦਾ ਫਾਇਦਾ ਜ਼ਰੂਰ ਉਸ ਨੂੰ ਮਿਲੇ, ਠੀਕ ਹੈ। ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ ਤੀਸਰਾ, ਸਾਹਿਤ ਦੇ ਕਿੰਨੇ ਰੂਪ ਹਨ ਜੀ? ਠੀਕ ਹੈ, 1 ਜਾਂ 2 ਜਾਂ 3 ਜਾਂ 4। ਤਾਂ ਇਸ ਦੇ ਰੂਪ 2 ਹੁੰਦੇ ਹਨ ਜੀ, ਆਪਸ਼ਨ ਨੰਬਰ ਦੂਸਰਾ, ਠੀਕ ਹੈ। ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 4, ਸਾਹਿਤ ਦੇ ਕਿਹੜੇ ਕਿਹੜੇ ਰੂਪ ਹੁੰਦੇ ਹਨ ਜੀ? ਪਦ ਜਾਂ ਗਦ, ਦੋਵੇਂ ਜਾਂ ਕੋਈ ਨਹੀਂ। ਤਾਂ ਸਾਹਿਤ ਦੇ ਆਪਾਂ ਨੂੰ ਪਤਾ ਹੈ, ਉੱਪਰ ਵੀ ਡਿਸਕਸ ਕੀਤਾ, 2 ਰੂਪ ਹੁੰਦੇ ਹਨ ਜੀ, ਪਦ ਤੇ ਗਦ, ਠੀਕ ਹੈ, ਪਦ ਤੇ ਗਦ। ਇਸ ਦਾ ਆਨਸਰ ਆਏਗਾ ਤੀਸਰਾ, ਇਹ ਦੋਵੇਂ। ਉਸ ਤੋਂ ਬਾਅਦ ਹੈ ਜੀ ਅੱਗੇ 5ਵਾਂ ਕੁਐਸਚਨ, ਇਹਨਾਂ ਰੂਪਾਂ ਦੇ ਹੋਰ ਕੀ ਨਾਂ ਹਨ ਜੀ? ਠੀਕ ਹੈ, ਜਿਹੜੇ ਇਹ 2 ਰੂਪ ਹਨ ਪਦ ਅਤੇ ਗਦ, ਇਸ ਨੂੰ ਹੋਰ ਵੀ ਨਾਂ ਦਿੱਤਾ ਗਿਆ ਹੈ ਜੀ। ਉਹ ਹੈ ਜੀ, ਪਦ ਨੂੰ ਕਵਿਤਾ ਵੀ ਕਿਹਾ ਜਾਂਦਾ ਹੈ ਤੇ ਗਦ ਨੂੰ ਵਾਰਤਕ ਵੀ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਆਪਾਂ ਨੂੰ ਇਹ ਆਪਸ਼ਨ ਦਾ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਦ ਨੂੰ ਕਵਿਤਾ ਵੀ ਕਹਿੰਦੇ ਹੈ ਤੇ ਗਦ ਨੂੰ ਵਾਰਤਕ ਵੀ ਕਹਿੰਦੇ ਹੈ, ਠੀਕ। ਇਹ 2 ਰੂਪ ਹੁੰਦੇ ਹਨ ਜੀ ਸਾਹਿਤ ਦੇ। ਅੱਗੇ ਵਧਦੇ ਹਾਂ। ਪ੍ਰਸ਼ਨ ਨੰਬਰ 6ਵਾਂ, ਸਾਹਿਤ ਦੇ ਤੱਤ ਕਿੰਨੇ ਹੁੰਦੇ ਹਨ ਜੀ? ਜਿਵੇਂ ਰੂਪਾਂ ਦੀ ਗੱਲ ਕੀਤੀ ਹੈ ਉਵੇਂ ਤੱਤ ਵੀ ਹੁੰਦੇ ਆ ਜੀ ਸਾਹਿਤ ਦੇ। ਉਹ ਤੱਤ ਕਿੰਨੇ ਹੁੰਦੇ ਆ ਜੀ, ਇਹ ਪੁੱਛਿਆ ਗਿਆ। ਉਹ ਹੁੰਦੇ ਆ ਜੀ 4, ਆਪਸ਼ਨ ਤੀਸਰਾ ਆਪਸ਼ਨ ਜੀ, ਠੀਕ ਹੈ। ਤਾਂ ਉਮੀਦ ਹੈ ਕਿ MCQs ਦੇ ਨਾਲ ਨਾਲ ਤੁਹਾਨੂੰ ਥਿਊਰੀ ਵੀ ਜਿਹੜੀ ਹੈ ਉਹ ਸਟੈਪ ਵਾਈਜ਼ ਸਟੈਪ ਮੈਂ ਤੁਹਾਨੂੰ ਯਾਦ ਕਰਵਾ ਰਿਹਾ ਜੀ। ਇਹ ਜਿਹੜੀ ਉਹਦੀ ਥਿਊਰੀ ਹੈ ਬਿਲਕੁਲ ਸਟੈਪ ਬਾਈ ਸਟੈਪ ਆਪਾਂ ਜਿਹੜੇ ਕੁਐਸਚਨ ਸੈੱਟ ਕੀਤੇ ਆ ਮੈਂ। ਅੱਗੇ ਹੈ ਜੀ ਪ੍ਰਸ਼ਨ ਨੰਬਰ 7ਵਾਂ, ਸਾਹਿਤ ਦੇ 4 ਕਿਹੜੇ ਕਿਹੜੇ ਤੱਤ ਹਨ ਜੀ? ਜਿਹੜੇ ਆਪਾਂ 4 ਉੱਪਰ ਗੱਲ ਕੀਤੀ ਆ ਉਹ ਕਿਹੜੇ ਕਿਹੜੇ ਹੁੰਦੇ ਆ? ਦੇਖੋ, ਭਾਵ ਜਾਂ ਭਾਵਨਾ, ਕਲਪਨਾ, ਵਿਚਾਰ ਜਾਂ ਬੁੱਧੀ ਜਾਂ ਵਿਚਾਰ ਵਟਾਂਦਰਾ, ਇੱਕੋ ਹੀ ਗੱਲ ਹੈ ਜੀ। ਉਸ ਤੋਂ ਬਾਅਦ ਹੈ ਜੀ ਸ਼ੈਲੀ। ਸ਼ੈਲੀ ਮਤਲਬ ਹੁੰਦਾ ਲਿਖਣ ਦਾ ਢੰਗ। ਇਹ ਜਿਹੜਾ ਸ਼ਬਦ ਹੈ ਇਹ PTET ਵਾਸਤੇ ਬਹੁਤ ਹੀ ਇੰਪੋਰਟੈਂਟ ਸ਼ਬਦ ਹੈ, ਠੀਕ ਹੈ। ਕਈ ਪ੍ਰਸ਼ਨਾਂ ਦੇ ਵਿੱਚ ਤੁਹਾਨੂੰ ਇਹ ਸ਼ਬਦ ਆ ਹੀ ਜਾਂਦਾ। ਸ਼ੈਲੀ ਦਾ ਹੁੰਦਾ ਜੀ ਲਿਖਣ ਦਾ ਢੰਗ, ਠੀਕ ਹੈ। ਕਿ ਜਿਹੜੀ ਸਾਹਿਤ ਦੇ ਵਿੱਚ ਕੀ ਹੈ, ਭਾਵਨਾ ਵੀ ਹੁੰਦੀ ਹੈ, ਕਿਸੇ ਕਲਪਨਾ ਵੀ ਕੀਤੀ ਜਾਂਦੀ ਹੈ, ਉਹਦੇ ਵਿੱਚ ਕੋਈ ਵਿਚਾਰ ਵੀ ਰੱਖਿਆ ਜਾਂਦਾ ਹੈ ਜੋ ਕਿ ਬੁੱਧੀ ਦੇ ਉੱਪਰ ਜਾਂ ਕਹਿ ਲਓ ਵਿਚਾਰ ਵਟਾਂਦਰਾ ਦੇ ਉੱਪਰ ਜਿਹੜਾ ਟਿਕਿਆ ਹੁੰਦਾ ਹੈ ਜੀ। ਅਤੇ ਉਸ ਨੂੰ ਜਿਹੜਾ ਉਹਦੀ ਭਾਵ ਹੈ ਜਾਂ ਕੋਈ ਵਿਚਾਰ ਹੈ ਉਸ ਨੂੰ ਲਿਖਣ ਦਾ ਢੰਗ ਵੀ ਜਿਹੜਾ ਹੈ ਉਹਦੇ ਵਿੱਚ ਹੁੰਦਾ ਹੈ, ਚਾਹੇ ਉਹ ਗਦ ਰੂਪ ਦੇ ਵਿੱਚ ਢੰਗ ਹੋਵੇ, ਸ਼ੈਲੀ ਹੋਵੇ ਜਾਂ ਗਦ ਸ਼ੈਲੀ ਹੋਵੇ, ਠੀਕ ਹੈ। ਮਤਲਬ ਕਵਿਤਾ ਲਿਖਣ ਦੀ ਸ਼ੈਲੀ ਵੀ ਅਲੱਗ ਹੁੰਦੀ ਹੈ ਅਤੇ ਵਾਰਤਕ ਦੀ ਲਿਖਣ ਦੀ ਵੀ ਅਲੱਗ ਸ਼ੈਲੀ ਹੁੰਦੀ ਹੈ। ਤਾਂ ਸ਼ੈਲੀ ਵੀ ਇਸ ਦਾ ਜਿਹੜਾ ਹੈ ਇੱਕ ਮੁੱਖ ਤੱਤ ਹੈ। ਤਾਂ ਮੁੱਖ ਰੂਪ ਦੇ ਵਿੱਚ ਸਾਹਿਤ ਦੇ ਕਿੰਨੇ ਤੱਤ ਹੁੰਦੇ ਆ ਜੀ? 4, ਯਾਦ ਰੱਖਿਓ। ਅੱਗੇ ਵਧਦੇ ਹਾਂ ਜੀ। ਚਾਰੇ ਤੱਤਾਂ ਵਿੱਚ ਕਿਸ ਤੱਤ ਨੂੰ ਸਾਹਿਤ ਦਾ ਕਲੇਵਰ ਜਾਂ ਢਾਂਚਾ ਕਹਿੰਦੇ ਹਨ ਜੀ? ਠੀਕ ਹੈ, ਸਾਹਿਤ ਦਾ ਕਲੇਵਰ ਜਾਂ ਢਾਂਚਾ ਮੂਲ ਰੂਪ ਦੇ ਵਿੱਚ ਜਿਸ ਦੇ ਉੱਪਰ ਸਾਹਿਤ ਟਿਕਿਆ ਹੋਇਆ ਜੀ। ਦੇਖਦੇ ਹਾਂ ਜੀ, ਭਾਵ ਜਾਂ ਕਲਪਨਾ ਜਾਂ ਵਿਚਾਰ ਜਾਂ ਸ਼ੈਲੀ। ਆਪਾਂ ਗੱਲ ਕੀਤੀ ਹੈ ਕਿ 4 ਜਿਹੜੇ ਹੈ
ਤੱਤ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਤੱਤ ਕਿਹੜਾ ਹੈ ਜਿਹੜਾ ਕਿ ਸਾਹਿਤ ਦਾ ਕਲੇਵਰ ਜਾਂ ਢਾਂਚਾ ਉਸਨੂੰ ਕਿਹਾ ਜਾਂਦਾ ਹੈ। ਤੇ ਇਸ ਦਾ ਆਨਸਰ ਆਏਗਾ ਜੀ ਆਪਣੇ ਕੋਲ ਤੀਸਰਾ, ਵਿਚਾਰ, ਬੁੱਧੀ, ਵਿਚਾਰ ਵਟਾਂਦਰਾ। ਠੀਕ ਹੈ, ਇਸ ਨੂੰ ਆਪਾਂ ਸਾਹਿਤ ਦਾ ਕਲੇਵਰ ਜਾਂ ਢਾਂਚਾ ਕਹਿੰਦੇ ਹਨ, ਯਾਦ ਰੱਖਿਓ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੀ ਇਹ BS ਟੈਟ ਵਾਸਤੇ। ਪ੍ਰਸ਼ਨ ਨੰਬਰ ਹੈ ਜੀ 9ਵਾਂ, ਭਾਵ, ਕਲਪਨਾ ਅਤੇ ਵਿਚਾਰ। ਇਹ ਪਹਿਲੇ ਤਿੰਨਾਂ ਦੀ ਗੱਲ ਕੀਤੀ ਗਈ ਹੈ ਜੀ। ਠੀਕ ਹੈ, ਭਾਵ, ਕਲਪਨਾ ਤੇ ਵਿਚਾਰ ਸਾਹਿਤ ਦੇ ਕਿਸ ਤਰ੍ਹਾਂ ਦੇ ਤੱਤ ਹਨ ਜੀ? ਅੰਦਰੂਨੀ ਹਨ ਜਾਂ ਬਾਹਰੀ ਹਨ ਜਾਂ ਦੋਵੇਂ ਜਾਂ ਕੋਈ ਨਹੀਂ? ਤਾਂ ਇਹ ਜਿਹੜੇ ਪਹਿਲੇ ਤਿੰਨ ਤੱਤ ਹਨ ਇਹ ਹੈ ਜੀ ਅੰਦਰੂਨੀ ਤੱਤ। ਠੀਕ ਹੈ, ਇਹ ਕੀ ਹਨ ਜੀ? ਅੰਦਰੂਨੀ ਤੱਤ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 10ਵਾਂ, ਸਾਹਿਤ ਦਾ ਬਾਹਰੀ ਤੱਤ ਕਿਹੜਾ ਹੈ? ਹੁਣ ਚਾਰਾਂ ਦੇ ਵਿੱਚੋਂ ਆਪਾਂ ਤਿੰਨ ਜਿਹੜੇ ਪਹਿਲੇ ਹੈ ਉਹ ਤਾਂ ਆ ਗਏ ਅੰਦਰੂਨੀ, ਤੇ ਬਾਹਰੀ ਫਿਰ ਕਿਹੜਾ ਰਿਹਾ ਆਪਣੇ ਕੋਲੇ? ਸ਼ੈਲੀ, ਲਿਖਣ ਦਾ ਢੰਗ। ਮਤਲਬ ਜਿਵੇਂ ਕਿ ਕੋਈ ਕਵਿਤਾ ਹੈ, ਉਹ ਇੱਕ ਟੌਪਿਕ ਦੇ ਉੱਪਰ ਕਵਿਤਾ ਹਜ਼ਾਰਾਂ ਕਵੀਆਂ ਨੇ ਲਿਖੀ ਹੋਈ ਹੈ, ਉਹਨਾਂ ਨੇ ਆਪਣੇ ਲਿਖਣ ਦਾ ਜਿਹੜਾ ਢੰਗ ਹੈ, ਸ਼ੈਲੀ ਹੈ, ਉਹ ਆਪਣੇ ਢੰਗ ਨਾਲ ਲਿਖੀ ਗਈ ਹੈ। ਠੀਕ ਹੈ, ਮਤਲਬ ਉਹਦਾ ਬਾਹਰੀ ਰੂਪ ਹੈ, ਉਹ ਆਪਣੇ ਕਵੀ ਦਾ ਆਪਣਾ ਲਿਖਣ ਦਾ ਜਾਂ ਕਹਿ ਲਓ ਸ਼ੈਲੀ ਦਾ ਆਪਣਾ ਢੰਗ ਹੁੰਦਾ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 11, ਪਦ ਜਾਂ ਕਵਿਤਾ ਅਤੇ ਗਦ ਜਾਂ ਵਾਰਤਕ ਵਿੱਚ ਅੰਤਰ ਕੀ ਹੈ? ਠੀਕ ਹੈ, ਵਿਸ਼ੇ ਪੱਖੋਂ ਅੰਤਰ, ਕਲਾ ਪੱਖੋਂ ਅੰਤਰ, ਉਦੇਸ਼ ਅਤੇ ਪ੍ਰਭਾਵ ਪੱਖੋਂ ਅੰਤਰ ਜਾਂ ਸਾਰੇ? ਠੀਕ ਹੈ ਜੀ, ਤਾਂ ਇਹਨਾਂ ਦੋਵਾਂ ਦੇ ਵਿੱਚ ਬਹੁਤ ਸਾਰਾ ਅੰਤਰ ਹੁੰਦਾ ਹੈ ਜੀ, ਵਿਸ਼ੇ ਪੱਖੋਂ ਵੀ, ਕਲਾ ਪੱਖੋਂ ਵੀ, ਉਦੇਸ਼ ਪੱਖੋਂ ਵੀ, ਪ੍ਰਭਾਵ ਪੱਖੋਂ। ਤਾਂ ਆਨਸਰ ਹੈ ਜੀ ਇਸ ਦਾ 4th ਆਪਸ਼ਨ। ਉਹਦਾ ਵਿਸ਼ਾ ਵੀ ਅਲੱਗ-ਅਲੱਗ ਹੁੰਦਾ ਜੀ, ਕਵਿਤਾ ਦਾ, ਵਾਰਤਕ ਦਾ। ਵਾਰਤਕ ਦੇ ਵਿੱਚ ਕੀ ਕੁਝ ਹੁੰਦਾ ਜੀ ਆਪਾਂ ਅੱਗੇ ਪੜਾਂਗੇ। ਜਿਵੇਂ ਕਲਾ, ਉਹਨਾਂ ਕਵਿਤਾ ਦੀ ਜਿਹੜੀ ਲਿਖਣ ਦੀ ਜਿਹੜੀ ਕਲਾ ਹੁੰਦੀ ਆ ਉਹ ਅਲੱਗ ਹੁੰਦੀ ਹੈ ਗਦ ਨਾਲੋਂ। ਕਵਿਤਾ ਦੇ ਉਦੇਸ਼ ਵੀ ਅਲੱਗ ਹੁੰਦੇ ਆ, ਉਹਨਾਂ ਦੇ ਪ੍ਰਭਾਵ ਵੀ ਅਲੱਗ ਹੁੰਦੇ ਆ। ਉਸੇ ਤਰੀਕੇ ਨਾਲ ਗਦ ਦੇ ਉਦੇਸ਼ ਤੇ ਗਦ ਦੇ ਪ੍ਰਭਾਵ ਵੀ ਅਲੱਗ ਹੁੰਦੇ ਆ। ਦੋਵੇਂ ਹੀ ਜਿਹੜੇ ਰੂਪ ਹਨ ਉਹ ਅਲੱਗ-ਅਲੱਗ ਹਨ ਜੀ, ਉਹਨਾਂ ਦੇ ਵਿੱਚ ਕਾਫੀ ਅੰਤਰ ਪਾਇਆ ਜਾਂਦਾ। ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 12। ਉਮੀਦ ਹੈ ਕਿ ਅੱਜ ਜੋ ਆਪਾਂ ਕੁਐਸਚਨ ਕਰ ਰਹੇ ਹਾਂ ਤੁਸੀਂ ਉਸ ਨੂੰ ਵਧੀਆ ਤਰੀਕੇ ਨਾਲ ਸਮਝ ਰਹੇ ਹੋਵੋਗੇ। ਇਸ ਟੌਪਿਕ ਦੇ MCQs ਦੇ ਨਾਲ ਤੁਸੀਂ ਇਸ ਦੀ ਥਿਊਰੀ ਦਾ ਵੀ ਤੁਹਾਨੂੰ ਇੱਕ ਯਾਦ ਹੋ ਰਿਹਾ ਹੋਵੇਗਾ ਜੀ। ਅੱਗੇ ਹੀ ਪ੍ਰਸ਼ਨ ਨੰਬਰ 12, ਪਦ ਜਾਂ ਕਵਿਤਾ। ਦੇਖੋ ਬ੍ਰੈਕਟ ਦੇ ਵਿੱਚ ਮੈਂ ਵਾਰ-ਵਾਰ ਇਹ ਸ਼ਬਦ ਲਿਖਿਆ, ਤੁਹਾਨੂੰ ਯਾਦ ਹੋ ਜਾਵੇ। ਪਦ ਤੇ ਕਵਿਤਾ ਦੀਆਂ ਵਿਸ਼ੇਸ਼ਤਾਵਾਂ ਦੱਸੋ ਜੀ। ਇਹ ਇੱਕ ਛੰਦਮਈ ਰਚਨਾ ਹੈ, ਛੰਦਾਂ ਦੇ ਵਿੱਚ ਕਵਿਤਾ ਲਿਖੀ ਜਾਂਦੀ ਹੈ ਜੀ। ਇਸ ਵਿੱਚ ਭਾਵ ਜਾਂ ਭਾਵਨਾ ਤੱਤ ਦੀ ਪ੍ਰਧਾਨਤਾ ਹੁੰਦੀ ਹੈ। ਦੇਖੋ ਜਿਹੜੇ ਆਪਾਂ ਚਾਰ ਗੱਲ ਕੀਤੀ ਸੀ, ਸਾਹਿਤ ਦੇ ਵਿੱਚ ਚਾਰ ਤੱਤ ਹੁੰਦੇ ਆ ਜੀ। ਕਿਹੜੇ-ਕਿਹੜੇ? ਭਾਵ, ਕਲਪਨਾ, ਵਿਚਾਰ ਅਤੇ ਸ਼ੈਲੀ। ਉਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਇੱਕ ਤੱਤ ਹੈ ਭਾਵ ਜਾਂ ਭਾਵਨਾਵਾਂ, ਫੀਲਿੰਗ, ਉਸ ਤੱਤ ਦੀ ਪ੍ਰਧਾਨਤਾ ਹੁੰਦੀ ਹੈ। ਠੀਕ ਹੈ, ਇਹ ਵੈਰੀ ਇੰਪੋਰਟੈਂਟ ਗੱਲ ਹੈ ਜੀ। ਉਸ ਤੋਂ ਬਾਅਦ ਹੈ ਜੀ ਇਸ ਵਿੱਚ ਭਾਸ਼ਾ ਦੀ ਸੁੰਦਰਤਾ। ਠੀਕ ਹੈ, ਉਸ ਨੂੰ ਲਿਖਣ ਦਾ ਢੰਗ, ਉਸ ਦੇ ਵਿੱਚ ਜਿਹੜੀ ਭਾਵਨਾ ਹੈ, ਫੀਲਿੰਗ ਹੈ, ਉਸ ਨੂੰ ਪੇਸ਼ ਕਰਨ ਲਈ ਕਿਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ। ਉਸ ਤੋਂ ਬਾਅਦ ਹੈ ਜੀ ਸ਼ਬਦ ਸ਼ਕਤੀਆਂ। ਠੀਕ ਹੈ, ਇੱਕ ਸ਼ਬਦ ਦੇ ਨਾਲ ਉਹਨਾਂ ਨੂੰ ਜਾਂ ਕਹਿ ਲਓ ਵੀ ਕਵਿਤਾ ਦਾ ਕੋਈ ਜਿਹੜਾ ਅਰਥ ਹੁੰਦਾ ਹੈ ਜਾਂ ਕੋਈ ਭਾਵ ਹੁੰਦਾ, ਕੋਈ ਉਸ ਨੂੰ ਆਪਾਂ ਇੱਕ ਲਿਮਿਟ ਦੇ ਵਿੱਚ ਨਹੀਂ ਬੰਨ੍ਹ ਸਕਦੇ। ਉਸ ਦੇ 1 ਤੋਂ 2 3 ਵੀ ਜਿਹੜੇ ਹੈ ਉਹਦੇ ਸ਼ਬਦਾਂ ਦਾ ਅਰਥ ਆਪਾਂ ਉਹਦੇ ਨਿਕਲ ਸਕਦੇ ਆ ਜੀ। ਠੀਕ ਹੈ, ਉਸ ਤੋਂ ਬਾਅਦ ਸੰਗੀਤ। ਕਵਿਤਾ ਨੂੰ ਲਿਖਣ ਦਾ ਜਿਹੜਾ ਢੰਗ ਹੁੰਦਾ ਹੈ ਜੀ, ਉਸ ਨੂੰ ਪੜ੍ਹਨ ਦਾ ਵੀ ਇੱਕ ਵਿਸ਼ੇਸ਼ ਢੰਗ ਹੁੰਦਾ ਹੈ। ਠੀਕ ਹੈ, ਖਾਸ ਤੌਰ 'ਤੇ ਪ੍ਰਾਇਮਰੀ ਪੱਧਰ ਦੇ ਉੱਪਰ ਇੱਕ ਗੀਤ ਦੀ ਤਰ੍ਹਾਂ ਉਸ ਨੂੰ ਜਿਹੜਾ ਹੈ ਅਧਿਆਪਕ ਦੁਆਰਾ ਗਾ ਕੇ ਸੁਣਾਇਆ ਜਾਣਾ ਚਾਹੀਦਾ ਹੈ ਜੀ। ਠੀਕ ਹੈ, ਇਹ ਉਸ ਦੀ ਵਿਸ਼ੇਸ਼ਤਾ ਹੈ ਜੀ। ਉਸ ਤੋਂ ਗੱਲ ਕਰਦੇ ਹਾਂ ਆਪਾਂ ਚੌਥਾ ਆਪਸ਼ਨ। ਇਸ ਵਿੱਚ ਛੰਦਾਂ ਅਤੇ ਅਲੰਕਾਰਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜੀ। ਜਿਹੜੇ ਪ੍ਰਾਇਮਰੀ ਪੱਧਰ ਤੋਂ ਉੱਪਰ, ਜੇ ਮਿਡਲ ਪੱਧਰ ਦੇ ਉੱਪਰ ਜਾਂ ਹਾਇਰ ਪੱਧਰ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਕਵਿਤਾ ਨੂੰ ਲਿਖਣ ਦਾ ਜਿਹੜਾ ਉਹਦੇ ਵਿੱਚ ਛੰਦਾਂ ਦਾ ਵਿਸ਼ੇਸ਼ ਪ੍ਰਯੋਗ ਕੀਤਾ ਜਾਂਦਾ ਅਤੇ ਅਲੰਕਾਰਾਂ ਦਾ ਵੀ ਖਾਸ ਧਿਆਨ ਕੀਤਾ ਜਾਂਦਾ ਹੈ। ਠੀਕ ਹੈ, ਛੰਦ ਅਤੇ ਅਲੰਕਾਰ ਤੁਸੀਂ ਕਲਾਸਾਂ ਦੇ ਵਿੱਚ ਪੜ੍ਹੇ ਹੋਏਗਾ ਜੀ। ਅੱਗੇ ਹੈ ਜੀ ਇਸ ਦੇ ਫਿਰ ਸਾਰੀਆਂ ਹੀ ਵਿਸ਼ੇਸ਼ਤਾਵਾਂ ਜੀ, ਪਦ ਅਤੇ ਕਵਿਤਾ ਦੀਆਂ ਇਹ ਵਿਸ਼ੇਸ਼ਤਾਵਾਂ ਹਨ ਜੀ। ਠੀਕ ਹੈ, ਤਾਂ ਅੱਜ ਆਪਾਂ ਥੋੜ੍ਹਾ ਜਿਹਾ ਫਾਸਟ ਕਰ ਰਹੇ ਹਾਂ ਜੀ। ਉਮੀਦ ਹੈ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ ਬਿਲਕੁਲ। ਤਾਂ ਇਹ ਟੌਪਿਕ ਜ਼ਰੂਰ ਤਿਆਰ ਕਰਕੇ ਜਾਇਓ, ਵੀਡੀਓ ਨੂੰ ਜ਼ਰੂਰ ਦੇਖਣਾ। ਕਵਿਤਾ ਸੰਬੰਧੀ ਕੋਈ ਨਾ ਕੋਈ ਕੁਐਸਚਨ ਜਿਹੜਾ ਹੈ ਪੇਪਰ ਦੇ ਵਿੱਚ ਆ ਹੀ ਜਾਂਦਾ ਹੈ ਜੀ। ਪਿਛਲੇ ਪੇਪਰਾਂ ਦੇ ਵਿੱਚ ਵੀ ਆਏ ਹੋਏ ਹੈ। ਕਵਿਤਾ ਅਧਿਆਪਨ ਦੀਆਂ ਵਿਧੀਆਂ ਕਿਹੜੀਆਂ ਹਨ ਜੀ? ਜਦੋਂ ਅਧਿਆਪਕ ਬੱਚਿਆਂ ਨੂੰ ਕਵਿਤਾ ਦਾ ਅਧਿਆਪਨ ਕਰਦਾ ਹੈ ਤਾਂ ਕਿਹੜੀਆਂ-ਕਿਹੜੀਆਂ ਵਿਧੀਆਂ ਦਾ ਪ੍ਰਯੋਗ ਕਰ ਸਕਦਾ ਹੈ? ਦੇਖੋ ਪ੍ਰਾਇਮਰੀ ਪੱਧਰ ਦੇ ਉੱਪਰ, ਮਿਡਲ ਪੱਧਰ ਦੇ ਉੱਪਰ ਅਤੇ ਉੱਚ ਪੱਧਰ ਦੇ ਉੱਪਰ ਕਵਿਤਾ ਅਧਿਆਪਨ ਦੀਆਂ ਅਲੱਗ-ਅਲੱਗ ਵਿਧੀਆਂ ਹਨ। ਠੀਕ ਹੈ, ਇੱਥੇ ਆਪਾਂ ਫਿਰ ਮਿਕਸ ਗੱਲ ਕੀਤੀ ਹੈ। ਗੀਤ ਜਾਂ ਨਾਟ ਵਿਧੀ, ਪ੍ਰਸ਼ਨ ਉੱਤਰ ਵਿਧੀ, ਵਿਆਖਿਆ ਵਿਧੀ, ਖੰਡ ਵਾਚਨ ਵਿਧੀ। ਠੀਕ ਹੈ, ਇਹ ਪ੍ਰਾਇਮਰੀ ਪੱਧਰ 'ਤੇ ਹੁੰਦੀ ਹੈ ਜੀ। ਪ੍ਰਸ਼ਨ ਉੱਤਰ ਵਿਧੀ ਕਿ ਬੱਚਿਆਂ ਨੂੰ ਪਿਛਲੀ ਕਲਾਸਾਂ ਦੇ ਵਿੱਚ ਇਸ ਟੌਪਿਕ ਦੇ ਉੱਪਰ ਕੋਈ ਕਵਿਤਾ ਪੜ੍ਹੀ ਹੋਵੇ ਤਾਂ ਉਸ ਕਵਿਤਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਭਾਵ ਦੇ ਉੱਪਰ, ਉਸ ਟੌਪਿਕ ਦੇ ਉੱਪਰ ਬੱਚਿਆਂ ਨਾਲ ਕੋਈ ਪ੍ਰਸ਼ਨਾਵਲੀ ਜਿਹੜੀ ਹੈ ਕੀਤੀ ਜਾ ਸਕਦੀ ਹੈ। ਵਿਆਖਿਆ ਵਿਧੀ ਇਹ ਜਿਹੜੀ ਹੈ ਉੱਚ ਪੱਧਰ ਦੇ ਉੱਪਰ ਪ੍ਰਯੋਗ ਕੀਤੀ ਜਾਂਦੀ ਹੈ। ਕਿਸੇ ਟੌਪਿਕ ਦੇ ਉੱਪਰ ਵੱਧ ਤੋਂ ਵੱਧ ਜਿਹੜੀ ਵਿਆਖਿਆ ਕੀਤੀ ਜਾਂਦੀ ਹੈ। ਖੰਡ ਵਿਧੀ ਜੀ, ਇੱਕ ਕਵਿਤਾ ਦੇ 3-4 ਖੰਡ ਬਣਾ ਕੇ ਉਸ ਦੇ ਅਲੱਗ-ਅਲੱਗ ਭਾਵ ਸਮਝਾ ਕੇ ਫਿਰ ਉਸ ਨੂੰ ਇੱਕ ਪੂਰੇ ਖੰਡ ਦੇ ਵਿੱਚ ਜੋੜ ਕੇ ਉਸ ਨੂੰ
ਸਮਝਾਇਆ ਜਾਂਦਾ ਹੈ ਜੀ। ਠੀਕ ਹੈ, ਪਹਿਲਾਂ ਉਸਦੇ ਖੰਡ ਕਰਕੇ, ਅਲੱਗ-ਅਲੱਗ ਖੰਡ ਕਰਕੇ, ਫਿਰ ਉਸਦੇ ਇੱਕ ਪੂਰਾ ਖੰਡ ਦੇ ਵਿੱਚ ਸਮਝਾਇਆ ਜਾਂਦਾ ਹੈ ਜੀ। ਤਾਂ ਕਵਿਤਾ ਅਧਿਆਪਨ ਦੀਆਂ ਇਹ ਸਾਰੇ ਹੀ ਵਿਧੀਆਂ ਹੁੰਦੀਆਂ ਹਨ। ਪ੍ਰਸ਼ਨ ਨੰਬਰ 15 ਦੇਖੋ ਜੀ, ਕਵਿਤਾ ਵਿਆਖਿਆ ਵਿਧੀ ਦੀ ਆਲੋਚਨਾ ਦੱਸੋ। ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਉੱਚ ਪੱਧਰ ਦੇ ਉੱਪਰ ਕਵਿਤਾ ਨੂੰ ਪੜ੍ਹਾਉਣ ਦੀ ਇੱਕ ਵਿਧੀ ਹੈ ਵਿਆਖਿਆ ਵਿਧੀ, ਉਸ ਦੀ ਆਲੋਚਨਾ ਕੀਤੀ ਗਈ ਹੈ। ਕਿਉਂ ਕੀਤੀ ਜਾਂਦੀ ਹੈ ਜੀ? ਦੇਖੋ, ਅਧਿਆਪਕ ਇੱਕ ਵਿਧੀ ਵਿੱਚ ਵਾਲ ਦੀ ਖੱਲ ਲਾਉਣ ਲੱਗ ਜਾਂਦੇ ਹਨ। ਠੀਕ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਜਿਹੜੀ ਕਵਿਤਾ ਹੁੰਦੀ ਹੈ ਉਸ ਦੀ ਵਿਆਖਿਆ ਵਿਧੀ ਦੇ ਵਿੱਚ ਇੱਕ ਖਾਸ ਆਲੋਚਨਾ ਹੈ ਕਿ ਇੱਕ ਗੱਲ ਨੂੰ ਲੈ ਕੇ ਉਸ ਦੀ ਵਿਆਖਿਆ ਜਿਹੜੀ ਹੈ ਵਧਾ ਚੜ੍ਹਾ ਕੇ ਕੀਤੀ ਜਾਂਦੀ ਹੈ, ਜਾਂ ਕਹ ਲਓ ਵੀ ਕਾਫੀ ਸਮਾਂ ਲਗਾਇਆ ਜਾਂਦਾ ਉੱਪਰ, ਜਾਂ ਕਾਫੀ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ, ਕਾਫੀ ਉਸ ਨੂੰ ਵਧਾਇਆ ਜਾਂਦਾ ਹੈ ਗੱਲ ਨੂੰ ਸਮਝਾਉਣ ਵਾਸਤੇ। ਅੱਗੇ ਹੈ ਜੀ ਸਮੇਂ ਦੀ ਬਰਬਾਦੀ ਬਹੁਤ ਹੁੰਦੀ ਹੈ। ਜਦੋਂ ਆਪਾਂ ਇੰਨੀ ਡਿਟੇਲ ਦੇ ਵਿੱਚ ਵਿਆਖਿਆ ਕੀਤੀ ਜਾਂਦੀ ਹੈ ਤਾਂ ਫਿਰ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ। ਕਵਿਤਾ ਦੀ ਪੜ੍ਹਨ ਸ਼ੈਲੀ ਅਲੱਗ ਜਾਂ ਵਿਸ਼ੇਸ਼ ਹੋਣ ਕਰਕੇ ਵਿਸ਼ੇਸ਼ ਅਨੁਭਵ ਦੀ ਲੋੜ ਹੁੰਦੀ ਹੈ। ਠੀਕ ਹੈ, ਕਿ ਹਰੇਕ ਅਧਿਆਪਕ ਕਹਿ ਲਓ ਜਾਂ ਹਰੇਕ ਦੇ ਵਿੱਚ ਕੁਛ ਨਾ ਕੁਛ ਥੋੜ੍ਹੀ ਬਹੁਤ ਕਮੀ ਆਉਂਦੀ ਹੈ, ਤਾਂ ਕਵਿਤਾ ਦੀ ਜਿਹੜੀ ਪੜ੍ਹਨ ਸ਼ੈਲੀ ਹੈ, ਢੰਗ ਹੈ ਜਿਹੜਾ, ਉਹ ਵਿਸ਼ੇਸ਼ ਹੁੰਦਾ ਹੈ। ਤਾਂ ਅਲੱਗ-ਅਲੱਗ ਪੱਧਰ ਦੇ ਉੱਪਰ ਫਿਰ ਅਲੱਗ-ਅਲੱਗ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ। ਤਾਂ ਫਿਰ ਜਿਹਦੇ ਵਿੱਚ ਵਿਆਖਿਆ ਵਿਧੀ ਹੈ, ਕੋਈ ਅਧਿਆਪਕ ਕਿਸੇ ਕਵਿਤਾ ਦੀ ਜਿਹੜੀ ਵਿਆਖਿਆ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ, ਕਈਆਂ ਦੀ ਜਿਹੜੀ ਹੈ ਵਿਆਖਿਆ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਵੀ ਰਹਿ ਸਕਦੀ ਹੈ। ਇਸ ਲਈ ਵਿਸ਼ੇਸ਼ ਅਨੁਭਵ ਦੀ ਲੋੜ ਹੁੰਦੀ ਹੈ ਕਿ ਕਿਸ ਪੱਧਰ ਦੇ ਬੱਚੇ ਹਨ, ਉਹਨਾਂ ਨੂੰ ਵਿਆਖਿਆ ਜਿਹੜੀ ਹੈ ਕਰਨ ਦੇ ਵਿੱਚ ਕਿੰਨੀ ਕੁ ਲੋੜ ਹੈ ਜੀ। ਇਹ ਅਨੁਭਵ ਵਿਸ਼ੇਸ਼ ਆਪਾਂ ਨੂੰ ਜਿਹੜਾ ਹੈ ਅਧਿਆਪਕ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਲਈ ਇਹਨਾਂ ਦੀ ਵਿਆਖਿਆ ਦੀ ਵਿਧੀ ਦੀ ਜਿਹੜੀ ਹੈ ਉਸ ਨੂੰ ਕਵਿਤਾ ਦੇ ਰੂਪ ਦੇ ਵਿੱਚ ਜ਼ਿਆਦਾ ਕੋਈ ਚੰਗਾ ਨਹੀਂ ਸਮਝਿਆ ਗਿਆ ਜੀ, ਕਿ ਬੱਚੇ ਬੋਰ ਹੋ ਜਾਂਦੇ ਆ। ਫਿਰ ਕਵਿਤਾ ਨੂੰ ਇੱਕ ਸੁਰ ਤਾਲ ਨਾਲ ਜਿਹੜਾ ਗਾਉਣ ਦਾ ਜਿਹੜਾ ਢੰਗ ਹੁੰਦਾ ਹੈ ਉਹ ਵਿਸ਼ੇਸ਼ ਹੁੰਦਾ ਹੈ, ਤਾਂ ਫਿਰ ਵਿਆਖਿਆ ਵਿਧੀ ਦੇ ਵਿੱਚ ਫਿਰ ਬੱਚੇ ਬੋਰ ਹੋ ਜਾਂਦੇ ਆ। ਠੀਕ, ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 16, ਕਵਿਤਾ ਵਾਚਨ ਦੇ ਢੰਗ ਕਿਹੜੇ-ਕਿਹੜੇ ਹਨ? ਕਵਿਤਾ ਵਾਚਨ ਮਤਲਬ ਹੁੰਦਾ ਪੜ੍ਹਨਾ, ਕਿਸ ਢੰਗ ਨਾਲ ਉਸ ਨੂੰ ਪੜ੍ਹਿਆ ਜਾਵੇ ਜੀ। ਦੇਖੋ, ਗਾ ਕੇ ਲੈ ਅਨੁਸਾਰ ਵਾਚਨ। ਪ੍ਰਾਇਮਰੀ ਪੱਧਰ ਦੇ ਉੱਪਰ ਬੱਚੇ ਨੂੰ ਜਿਹੜੀ ਕਵਿਤਾ ਹੁੰਦੀ ਆ ਉਹ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਗਾ ਕੇ ਇੱਕ ਰਿਦਮ ਦੇ ਨਾਲ ਇੱਕ ਲੈਅ ਦੇ ਅਨੁਸਾਰ ਜਿਹੜਾ ਉਹਦਾ ਵਾਚਨ ਕਰਨਾ ਚਾਹੀਦਾ ਹੈ। ਭਾਵਾਂ ਦੇ ਅਨੁਸਾਰ ਉੱਚੀ ਵਾਚਨ ਜੀ। ਠੀਕ ਹੈ, ਉਹਦੇ ਵਿੱਚ ਜਿਹੜੇ ਵਾਚਨ ਕੀਤੇ ਜਿਹੜੀ ਭਾਵ ਪੇਸ਼ ਕੀਤੇ ਗਏ, ਜਿਹੜੀ ਫੀਲਿੰਗ ਦਿੱਤੀ ਗਈ ਆ, ਉਸ ਨੂੰ ਉੱਚੀ ਰੂਪ ਦੇ ਵਿੱਚ ਜਾਂ ਉੱਚੀ ਆਵਾਜ਼ ਦੇ ਵਿੱਚ ਅਧਿਆਪਕ ਜਿਹੜਾ ਹੈ ਬੱਚਿਆਂ ਨੂੰ ਸੁਣਾ ਕੇ ਗਾਵੇ, ਤਾਂ ਕਿ ਬੱਚੇ ਉਹਨਾਂ ਭਾਵਾਂ ਨੂੰ ਮਹਿਸੂਸ ਕਰਨ ਤੇ ਉਹਨਾਂ ਦਾ ਆਨੰਦ ਉਠਾਉਣ ਜੀ। ਬੋਲਾਂ ਜਾਂ ਭਾਵਾਂ ਅਨੁਸਾਰ ਜੋ ਉਹਦੇ ਵਿੱਚ ਫੀਲਿੰਗ ਦਿੱਤੀ ਗਈ ਆ ਉਸ ਦੇ ਅਨੁਸਾਰ ਉੱਚਾ ਨੀਵਾਂ ਬੋਲਣਾ, ਕਹਿ ਲਓ ਰਿਦਮ ਦੇ ਅਨੁਸਾਰ ਜਿਹੜੀ ਹੈ ਲੈ ਜਿਹੜੀ ਉਸ ਨੂੰ ਉੱਪਰ ਥੱਲੇ ਲੈ ਕੇ ਜਾਣਾ। ਭਾਵਾਂ ਦੇ ਅਨੁਸਾਰ ਸਰੀਰਕ ਅੰਗਾਂ ਦਾ ਵੀ ਉਚਿਤ ਸੰਚਾਲਨ ਕਰਨਾ ਜੀ। ਅਧਿਆਪਕ ਆਪਣੇ ਸਾਰੇ ਜਿਹੜੇ ਸਰੀਰ ਦੇ ਅੰਗ ਹੈ, ਹੱਥ ਪੈਰ ਹਿਲਾਉਣੇ ਜਾਂ ਅੱਖਾਂ ਦੇ ਦੁਆਰਾ ਜਿਹੜਾ ਫੇਸ ਇੰਪ੍ਰੈਸ਼ਨ ਦੇਣਾ, ਤਾਂ ਉਹਦਾ ਵੀ ਉਚਿਤ ਸੰਚਾਲਨ ਜਿਹੜਾ ਹੈ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਕਵਿਤਾ ਦੇ ਇਹ ਹੇਠ ਜਿਹੜੇ ਹੈ ਵਾਚਨ ਦੇ ਢੰਗ ਹੋਣੇ ਚਾਹੀਦੇ ਆ ਜੀ। ਅੱਗੇ ਜੀ ਮੋਸਟ ਇੰਪੋਰਟੈਂਟ ਕੁਐਸਚਨ, ਜਿਵੇਂ ਕਿ ਗੱਲ ਕੀਤੀ ਸੀ ਆਪਾਂ ਨੂੰ ਪਤਾ ਹੀ ਹੈ ਪਦ ਦੇ ਵਿੱਚ ਜਿਹੜੀ ਕਵਿਤਾ ਦੀ ਗੱਲ ਕੀਤੀ ਗਈ ਆਪਾਂ। ਦੂਸਰਾ ਜਿਹੜਾ ਭਾਗ ਆ ਗਿਆ ਉਹ ਹੈ ਜੀ ਗਦ ਵਿੱਚ ਕੀ ਕੁਛ ਗੱਲਾਂ ਆ ਜਾਂਦੀਆਂ ਉਹ ਆਪਾਂ ਪ੍ਰਸ਼ਨ ਦੇ ਰੂਪ ਦੇ ਵਿੱਚ ਦੇਖਦੇ ਹਾਂ। ਗਦ ਵਿੱਚ ਕੀ ਕੁਛ ਆ ਜਾਂਦਾ ਜੀ? ਕਹਾਣੀ, ਨਾਵਲ, ਨਿਬੰਧ, ਲੇਖ, ਪੈਰਾ ਰਚਨਾ, ਨਾਟਕ, ਇਕਾਂਗੀ, ਆਲੋਚਨਾ, ਰੇਡੀਓ ਨਾਟਕ, ਰੇਖਾ ਚਿੱਤਰ, ਜੀਵਨੀ, ਪੱਤਰ, ਵਿਆਕਰਣ। ਮੁੱਕਦੀ ਗੱਲ ਹੈ ਕਿ ਕਵਿਤਾ ਨੂੰ ਛੱਡ ਕੇ ਸਾਹਿਤ ਦੇ ਜਿਹੜੇ ਬਾਕੀ ਰੂਪ ਹਨ ਉਹ ਗਦ ਜਾਂ ਵਾਰਤਕ ਦੇ ਵਿੱਚ ਸ਼ਾਮਿਲ ਹੁੰਦੇ ਹਨ। ਠੀਕ ਹੈ, ਤਾਂ ਫਿਰ ਇਸ ਦਾ ਆਨਸਰ ਕੀ ਆਏਗਾ ਜੀ? ਫਿਰ ਦੂਸਰਾ ਆਪਸ਼ਨ ਗਦ, ਜਾਂ ਇਸ ਦਾ ਆਪਾਂ ਦੂਸਰਾ ਨਾਮ ਕੀ ਵੇਖਿਆ ਸੀ? ਵਾਰਤਕ। ਠੀਕ ਹੈ, ਇਸ ਨੂੰ ਆਪਾਂ ਜਿਵੇਂ ਕੋਈ ਇਹਨਾਂ ਦੇ ਵਿੱਚੋਂ ਵੀ ਕੋਈ ਨਾਮ ਆ ਸਕਦਾ, ਜਿਵੇਂ ਕਹਾਣੀ। ਮੰਨ ਲਓ ਆਪਣੇ ਕੋਲ ਪ੍ਰਸ਼ਨ ਆ ਗਿਆ ਵੀ ਕਹਾਣੀ ਜਿਹੜਾ ਹੈ ਸਾਹਿਤ ਦਾ ਕਿਹੜੇ ਰੂਪ ਦੇ ਵਿੱਚ ਸ਼ਾਮਿਲ ਹੈ, ਤੇ ਕਿਹੜੇ ਰੂਪ ਦੇ ਵਿੱਚ ਸ਼ਾਮਿਲ ਹੈ ਜੀ? ਆਪਣੇ ਕੋਲੇ ਗਦ ਦੇ ਵਿੱਚ ਜਾਂ ਵਾਰਤਕ ਦੇ ਵਿੱਚ। ਠੀਕ ਹੈ, ਪ੍ਰਸ਼ਨ ਦੇਖੋ ਅੱਗੇ 18ਵਾਂ, ਗਦ ਜਾਂ ਵਾਰਤਕ। ਦੇਖੋ ਬ੍ਰੈਕਟ ਦੇ ਵਿੱਚ ਮੈਂ ਵਾਰ-ਵਾਰ ਸ਼ਬਦ ਲਿਖੇ ਤਾਂ ਜਿਹੜਾ ਹੈ ਤੁਹਾਨੂੰ ਚੰਗੀ ਤਰੀਕੇ ਨਾਲ ਜਿਹੜੀ ਹੈ ਪਹਿਚਾਣ ਹੋ ਜਾਵੇ। ਗਦ ਅਧਿਆਪਨ ਦੇ ਵਿੱਚ ਵਿਆਖਿਆ ਚਰਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ? ਕੁਝ ਚਰਨ ਹੁੰਦੇ ਆ ਵਾਰਤਕ ਨੂੰ ਜਿਹੜਾ ਹੈ ਉਸਦਾ ਅਧਿਆਪਨ ਕਰਨ ਵਾਸਤੇ, ਤੇ ਇਹਦੇ ਵਿੱਚ ਜਿਹੜਾ ਵਿਆਖਿਆ ਚਰਨ ਹੈ ਉਸ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ? ਦੇਖੋ, ਮੰਨ ਲਓ ਕਿਸੇ ਕਹਾਣੀ ਦੀ ਅਧਿਆਪਕ ਵਿਆਖਿਆ ਕਰ ਰਿਹਾ, ਉਸ ਦੇ ਵਿੱਚ ਜਿਹੜੇ ਸ਼ਬਦਾਂ ਦੀ ਕੋਈ ਸ਼ਬਦ ਆ ਜੇ ਖਾਸ ਉਸ ਦੀ ਵਿਆਖਿਆ ਕੀਤੀ ਜਾਵੇ, ਮੁਹਾਵਰੇ ਅਤੇ ਵਾਕਾਂਸ਼ ਆ ਜਾਣ ਉਹਨਾਂ ਦੀ ਵਿਆਖਿਆ ਕੀਤੀ ਜਾਵੇ, ਵਾਕਾਂ ਦੀ ਵਿਆਖਿਆ ਕੀਤੀ ਜਾਵੇ, ਤੇ ਇਸ ਦਾ ਆਨਸਰ ਫੋਰਥ ਆਪਸ਼ਨ ਜੀ ਸਾਰੇ। ਠੀਕ ਹੈ, ਉਹਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 19, ਵਾਰਤਕ ਵਿੱਚ ਆਦਰਸ਼ ਵਾਚਨ ਦੇ ਉਦੇਸ਼ ਕੀ? ਹਾਂਜੀ, ਵਾਰਤਕ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਹਾਣੀ, ਨਾਟਕ, ਨਿਬੰਧ, ਨਾਵਲ, ਠੀਕ ਹੈ, ਇਹ ਸਾਰੇ ਆਪਾਂ ਗੱਲ ਕੀਤੀ ਹੈ। ਤਾਂ ਉਹਦੇ ਵਿੱਚ ਜਿਹੜਾ ਆਦਰਸ਼ ਵਾਚਨ ਹੁੰਦਾ, ਆਦਰਸ਼ ਵਾਚਨ ਸ਼ਬਦ ਜਿਹੜਾ ਹੈ ਉਹ PSTET ਪੇਪਰ 1 ਤੇ ਪੇਪਰ 2 ਦੇ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ ਜੀ। ਆਦਰਸ਼ ਵਾਚਨ ਕੀ ਹੁੰਦਾ? ਜੋ ਅਧਿਆਪਕ ਪੜ੍ਹ ਕੇ ਸੁਣਾਉਂਦਾ ਹੈ, ਅਧਿਆਪਕ ਦੁਆਰਾ
ਪੜ੍ਹਨਾ। ਮੰਨ ਲਓ ਅਧਿਆਪਕ ਕੋਈ ਕਹਾਣੀ ਜਾਂ ਕੋਈ ਨਾਟਕ ਨਿਬੰਧ ਪੜ੍ਹ ਕੇ ਸੁਣਾ ਰਿਹਾ ਜੀ, ਉਹ ਕਿਉਂ ਅਧਿਆਪਕ ਪੜ੍ਹਾ ਰਿਹਾ ਜੀ, ਕਿਉਂ ਉਸਦਾ ਉਦੇਸ਼ ਕੀ ਹੈ? ਠੀਕ ਹੈ, ਤਾਂ ਦੇਖੋ ਜੀ, ਗਦ ਵਾਚਨ ਦਾ ਉਚਿਤ ਅਤੇ ਅਸਲੀ ਰੂਪ ਪੇਸ਼ ਕਰਨਾ। ਕਿ ਕਹਾਣੀ ਜਾਂ ਕੋਈ ਹੋਰ ਰਚਨਾ ਹੈ, ਉਸਦਾ ਉਚਿਤ ਅਤੇ ਅਸਲੀ ਉਹਦਾ ਜਿਹੜਾ ਹੈ ਰੂਪ ਕੀ ਹੈ, ਉਹ ਪੇਸ਼ ਕਰਨਾ ਜੀ। ਬੱਚਿਆਂ ਨੂੰ ਪਾਠ ਸਮੱਗਰੀ ਨਾਲ ਆਤਮਸਾਤ ਜਾਂ ਤਾਲਮੇਲ ਕਰਾਉਣਾ। ਉਹਦੇ ਵਿੱਚ ਜਿਹੜੀ ਕੋਈ ਪਾਠ ਸਮੱਗਰੀ ਹੈ, ਉਸ ਦੇ ਵਿੱਚ ਜੋ ਭਾਵ ਹੈ, ਵਿਚਾਰ ਹੈ, ਠੀਕ ਹੈ, ਇਸ ਦੇ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਜਿਵੇਂ ਕਿ ਕਵਿਤਾ ਦੇ ਵਿੱਚ ਭਾਵਾਂ ਦੀ ਜਾਂ ਭਾਵਨਾਵਾਂ ਦੀ ਪ੍ਰਧਾਨਤਾ ਹੁੰਦੀ ਹੈ, ਅਤੇ ਜਿਹੜੀ ਵਾਰਤਕ ਹੁੰਦੀ ਹੈ, ਵਾਰਤਕ ਵਿੱਚ ਕੀ ਹੈ ਜੀ, ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਠੀਕ ਹੈ, ਵਿਚਾਰਾਂ ਦੀ ਪ੍ਰਧਾਨਤਾ ਮਤਲਬ ਕਿਸੇ ਇੱਕ ਵਿਚਾਰ ਦੇ ਉੱਪਰ ਵਿਚਾਰ ਜਾਂ ਵਿਚਾਰ ਵਟਾਂਦਰਾ ਕੀਤਾ ਜਾਂਦਾ, ਉਸ ਦੇ ਉੱਪਰ ਵਿਆਖਿਆ ਕੀਤੀ ਜਾਂਦੀ ਹੈ ਡਿਟੇਲ ਦੇ ਵਿੱਚ। ਠੀਕ ਹੈ, ਭਾਵਾਂ ਅਨੁਸਾਰ ਸਰੀਰਕ ਕਿਰਿਆਵਾਂ ਦੀ ਉਚਿਤ ਵਰਤੋਂ ਕਰਨਾ, ਮਤਲਬ ਪ੍ਰਧਾਨਤਾ ਹੁੰਦੀ ਹੈ, ਪਰ ਫਿਰ ਵੀ ਉਸਦੇ ਵਿੱਚ ਭਾਵਨਾਵਾਂ ਜ਼ਰੂਰ ਹੁੰਦੀਆਂ। ਠੀਕ ਹੈ, ਹੁੰਦੇ ਚਾਰੇ ਹੀ ਰੂਪ ਜਿਹੜੇ ਤੱਤ ਹੁੰਦੇ ਹੈ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਜਿਹੜੀ ਹੈ ਪ੍ਰਧਾਨਤਾ ਜਿਹੜੀ ਹੈ ਹੁੰਦੀ ਹੈ। ਜਿਵੇਂ ਕਿ ਆਪਾਂ ਗੱਲ ਮੈਂ ਦੁਬਾਰਾ ਦੱਸ ਦੇਵਾਂ, ਕਵਿਤਾ ਦੇ ਵਿੱਚ ਬਾਕੀ ਚਾਰੇ ਤੱਤ ਹੁੰਦੇ ਆ, ਪਰ ਉਹਦੇ ਵਿੱਚੋਂ ਭਾਵਨਾਵਾਂ ਦੀ ਜਿਹੜੀ ਪ੍ਰਧਾਨਤਾ ਹੁੰਦੀ ਹੈ। ਪਰ ਦੂਸਰੇ ਪਾਸੇ ਵਾਰਤਕ ਦੇ ਵਿੱਚ ਸਾਰੇ ਜਾਂ ਕਹਿ ਲਓ ਚਾਰੇ ਤੱਤ ਹੁੰਦੇ ਆ, ਪਰ ਉਹਦੇ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਠੀਕ, ਤਾਂ ਇਹ ਸਾਰੇ ਹੀ ਇਸ ਦੇ ਉਦੇਸ਼ ਹੁੰਦੇ ਹਨ ਜੀ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 20, ਸ਼ਬਦਾਂ ਦੀ ਵਿਆਖਿਆ ਕਿਵੇਂ ਕੀਤੀ ਜਾਵੇ? ਵਾਰਤਕ ਪੜ੍ਹਾਉਂਦੇ ਸਮੇਂ ਜਾਂ ਕਹਾਣੀ ਪੜ੍ਹਾਉਂਦੇ ਸਮੇਂ ਉਹਦੇ ਵਿੱਚ ਕੁਝ ਵਿਸ਼ੇਸ਼ ਸ਼ਬਦ ਆ ਜਾਵੇ ਤਾਂ ਉਸ ਦੀ ਵਿਆਖਿਆ ਕਿਵੇਂ ਕੀਤੀ ਜਾਵੇ ਅਧਿਆਪਕ ਦੁਆਰਾ? ਵਾਸਤਵਿਕ ਵਸਤੂ ਪੇਸ਼ ਕਰਕੇ। ਮੰਨ ਲਓ ਕਿਸੇ ਸ਼ਬਦ ਦੇ ਅਰਥ ਤਾਂ ਨਹੀਂ ਪਤਾ ਬੱਚਿਆਂ ਨੂੰ, ਤਾਂ ਉਸ ਸ਼ਬਦ ਦੇ ਕੋਈ ਵਾਸਤਵਿਕ ਵਸਤੂ ਪੇਸ਼ ਕਰਕੇ ਦੱਸਿਆ ਜਾਵੇ ਵੀ ਇਹ ਸ਼ਬਦ ਇਸ ਰੂਪ ਵਾਸਤੇ ਜਾਂ ਇਸ ਵਸਤੂ ਵਾਸਤੇ ਪੇਸ਼ ਕੀਤਾ ਗਿਆ। ਸ਼ਬਦਾਂ ਨੂੰ ਵਾਕਾਂ ਵਿੱਚ ਪ੍ਰਯੋਗ ਕਰਕੇ। ਠੀਕ ਹੈ, ਕੋਈ ਖਾਸ ਜਾਂ ਕੋਈ ਚੰਗਾ ਅਧਿਆਪਕ ਨੂੰ ਲੱਗੇ ਸ਼ਬਦ, ਤਾਂ ਉਸ ਨੂੰ ਵਾਕਾਂ ਦੇ ਵਿੱਚ ਪ੍ਰਯੋਗ ਕਰਕੇ ਬੱਚਿਆਂ ਨੂੰ ਸਿਖਾਇਆ ਜਾਵੇ। ਉਸ ਦਾ ਵਿਰੋਧੀ ਸ਼ਬਦ ਦੱਸ ਕੇ ਜੀ, ਮੰਨ ਲਓ ਕਿਸੇ ਸ਼ਬਦ ਦਾ ਸਿੱਧੇ ਬੱਚੇ ਨੂੰ ਡਾਇਰੈਕਟ ਰੂਪ ਦੇ ਵਿੱਚ ਨਹੀਂ ਜਾਣਕਾਰੀ ਹਾਸਿਲ, ਤਾਂ ਉਸ ਦਾ ਵਿਰੋਧੀ ਸ਼ਬਦ ਦੱਸ ਕੇ ਉਸ ਦੇ ਬਾਰੇ ਵਿਆਖਿਆ ਕੀਤੀ ਜਾਵੇ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਣੇ ਕੋਲ 4th ਆਪਸ਼ਨ। ਠੀਕ ਹੈ ਜੀ, ਤਾਂ ਇਹ ਸਾਹਿਤ ਅਤੇ ਇਸ ਦੇ ਰੂਪ ਜਿਹੜਾ ਟੌਪਿਕ ਸੀ, ਬਹੁਤ ਇੰਪੋਰਟੈਂਟ ਟੌਪਿਕ ਸੀ ਜੀ ਆਪਣੇ ਪੇਪਰ ਵਾਸਤੇ। ਅਤੇ ਪੇਪਰ ਦੇ ਲਈ ਇਹ ਜਿਹੜੇ ਹੈ MCQ ਤੁਸੀਂ ਵਾਰ-ਵਾਰ ਪੜ੍ਹਨਾ ਜੀ, ਦੇਖਣਾ। ਤਾਂ ਉਮੀਦ ਹੈ ਕਿ ਇਹ ਜਿਹੜੇ ਮੈਂ ਕੁਐਸਚਨ ਤਿਆਰ ਕੀਤੇ ਸੀ, ਇਹਨਾਂ 20 ਕੁਐਸਚਨਾਂ ਦੇ ਨਾਲ ਤੁਹਾਨੂੰ ਇਹ ਪੂਰਾ ਟੌਪਿਕ ਵਧੀਆ ਤਰੀਕੇ ਨਾਲ ਜਿਹੜਾ ਹੈ ਆਪਾਂ ਡਿਸਕਸ ਕਰ ਲਿਆ, ਤੁਹਾਨੂੰ ਯਾਦ ਵੀ ਹੋ ਗਿਆ ਹੋਣੇਗਾ ਜੀ। ਠੀਕ ਹੈ ਜੀ, ਜਿਹੜੇ ਸਾਥੀ PSTET ਪੇਪਰ ਦੇਣ ਜਾ ਰਿਹਾ ਜੀ, ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਆਪਣੇ ਪੂਰੇ ਧਿਆਨ ਨਾਲ ਜਿਹੜਾ ਹੈ ਪੇਪਰ ਅਟੈਂਪਟ ਕਰਕੇ ਆਉਣਾ ਜੀ। ਠੀਕ ਹੈ ਜੀ, ਥੈਂਕ ਯੂ।